ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਦੇਖੋ ਨਾਇਬ ਤਹਿਸੀਲਦਾਰ ਦਾ ਪੇਪਰ ਹੋ ਚੁੱਕਿਆ ਹੈ, ਪਿਛਲੇ ਸੰਡੇ ਨੂੰ ਹੀ ਹੋਇਆ ਹੈ, ਠੀਕ ਹੈ। ਤੇ ਆਈ ਨੋ ਬਹੁਤ ਸਾਰੇ ਸਾਡੇ ਸਟੂਡੈਂਟਸ ਜਿਹੜੇ ਹੈਗੇ ਆ ਉਹ ਉਡੀਕ ਕਰ ਰਹੇ ਹੈ ਕਿ ਸਰ ਐਕਸਪੈਕਟਡ ਕਟ ਆਫ ਕਿੰਨੀ ਜਾਊਗੀ। ਆਂਸਰ ਕੀ ਤਾਂ ਚਲੋ ਆ ਚੁੱਕੀ ਹੈ, ਅਸੀਂ ਆਪਣੇ ਨੰਬਰ ਵੀ ਟੈਲੀ ਕਰ ਚੁੱਕੇ ਹਾਂ, ਪਰ ਐਕਸਪੈਕਟਡ ਕਟ ਆਫ ਕਿੰਨੀ ਜਾਊਗੀ ਵਗੈਰਾ ਵਗੈਰਾ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨੇ, ਠੀਕ ਹੈ। ਤੇ ਉਹ ਸਵਾਲਾਂ ਨੂੰ ਆਂਸਰ ਕਰਨ ਲਈ ਮੈਂ ਇੱਕ ਸੈਪਰੇਟ ਵੀਡੀਓ ਲੈ ਕੇ ਆਵਾਂਗਾ। ਬਟ ਜੇ ਤੁਸੀਂ ਨਾਇਬ ਤਹਿਸੀਲਦਾਰ ਦੇ ਇਲਾਵਾ ਹੋਰ ਵੀ ਪੇਪਰ ਭਰੇ ਆ ਪੰਜਾਬ ਸਰਕਾਰੀ ਨੌਕਰੀਆਂ ਦੇ, ਠੀਕ ਹੈ, ਤਾਂ ਤੁਸੀਂ ਪਲੀਜ਼ ਇਸ ਸੀਰੀਜ਼ ਨੂੰ ਸਟਾਪ ਨਾ ਕਰਿਓ ਜਿਹੜੀ ਆਪਾਂ ਇਹ ਸੀਰੀਜ਼ ਸਟਾਰਟ ਕੀਤੀ ਹੈ, ਪੰਜਾਬ ਜੀਕੇ MCQ ਮੈਰਾਥਨ ਸੀਰੀਜ਼। ਇਹ ਪੰਜਾਬ ਜੀਕੇ ਤੇ ਨਾਲ ਦੇ ਨਾਲ ਥੋੜਾ ਬਹੁਤਾ ਇੰਡੀਅਨ ਜੀਕੇ ਵੀ ਤੁਹਾਡੀ ਕਵਰ ਹੋ ਜਾਣੀ ਹੈ, ਬਿਕੋਜ਼ ਪੰਜਾਬ ਇੰਡੀਆ ਦਾ ਹੀ ਹਿੱਸਾ ਹੈ, ਠੀਕ ਹੈ। ਅਸੀਂ ਪੰਜਾਬ ਦੀ ਹਿਸਟਰੀ, ਜੀਓਗ੍ਰਾਫੀ ਤੇ ਹੋਰ ਡਿਫਰੈਂਟ ਐਸਪੈਕਟਸ ਆਫ ਟੂ ਪੰਜਾਬ ਉਹ ਸਾਰੇ ਕਵਰ ਕਰ ਰਹੇ ਹਾਂ ਇਸ ਪੰਜਾਬ ਜੀਕੇ ਦੇ ਵਿੱਚ। ਤਾਂ ਕਾਫੀ ਕੁਝ ਆਪਣੀ ਕਵਰੇਜ ਹੋ ਜਾਣੀ ਹੈ ਜੇ ਤੁਸੀਂ ਇਸ ਲੈਕਚਰ ਸੀਰੀਜ਼ ਨੂੰ ਆਪਣਾ ਡੇਲੀ ਰੂਟੀਨ ਦਾ ਹਿੱਸਾ ਬਣਾਉਂਦੇ ਹੋ। ਤੁਸੀਂ ਬਸ ਦਿਨ ਦੇ 20 ਮਿੰਟਸ ਕੱਢਨੇ ਆ, ਅਸੀਂ ਦਿਨ ਦੇ 10 MCQ ਕਰਨੇ ਆ, ਪ੍ਰੈਕਟਿਸ ਕਰਨੇ ਆ, ਪੰਜਾਬ ਜੀਕੇ ਵੀ ਕਵਰ ਹੋ ਜੂਗੀ, MCQ ਪ੍ਰੈਕਟਿਸ ਵੀ ਹੋ ਜੂਗੀ। ਤਾਂ ਜਿਨ੍ਹਾਂ ਨੇ ਸਿਰਫ ਨਾਇਬ ਤਹਿਸੀਲਦਾਰ ਭਰਿਆ ਹੋਇਆ ਸੀ, ਠੀਕ ਹੈ ਜੀ, ਹੁਣ ਤਾਂ ਤੁਹਾਡੀ ਤਿਆਰੀ ਮੁੱਕ ਗਈ ਹੈ। ਬਾਕੀ ਤੁਹਾਡੇ ਜਿਹੜੇ ਮਨ ਦੇ ਵਿੱਚ ਸਵਾਲ ਹੈਗੇ ਉਹਨਾਂ ਦਾ ਹੱਲ ਕੱਢਣ ਲਈ ਮੈਂ ਦੂਜੀ ਵੀਡੀਓ ਲੈ ਕੇ ਆ ਰਿਹਾ, ਥੋੜੀ ਜਿਹੀ ਪੇਸ਼ੈਂਸ ਰੱਖਿਓ, ਠੀਕ ਹੈ। ਬਟ ਬਾਕੀ ਜੇ ਤੁਸੀਂ ਹੋਰ ਐਗਜ਼ਾਮਸ ਵੀ ਭਰੇ ਹੋਏ ਹੈ, ਬਹੁਤ ਸਾਰੇ ਐਗਜ਼ਾਮਸ ਪੰਜਾਬ ਗਵਰਨਮੈਂਟ ਜੌਬਸ ਦੇ ਭਰੇ ਹੋਏ ਹੈ, ਇਸ ਲੈਕਚਰ ਸੀਰੀਜ਼ ਨੂੰ ਅਸੀਂ ਸਟਾਪ ਨਹੀਂ ਕਰਨਾ, ਇਸ ਨੂੰ ਤਾਂ ਚੱਲਣ ਦੇਣਾ, ਠੀਕ ਹੈ। ਤੇ ਮੇਰੇ ਬਾਕੀ ਜਿਹੜੇ ਸਾਥੀ ਹੈ ਜਿਹੜੇ ਹੋਰ ਪੇਪਰਾਂ ਦੇ ਵਿੱਚ ਆਵਾਨ ਹੈਗੇ, ਹੋਰ ਪੰਜਾਬੀ ਨੌਕਰੀਆਂ ਦੇ ਵਿੱਚ ਚਾਵਾਨ ਹੈਗੇ ਹੈ, ਪਲੀਜ਼ ਉਹਨਾਂ ਨੂੰ ਮੇਰੀ ਐਡਵਾਈਸ ਸੀਰੀਅਸਲੀ ਇਹੀ ਰਹੂਗੀ ਕਿ ਤੁਸੀਂ ਇਸ ਸੀਰੀਜ਼ ਨੂੰ ਸਟਾਪ ਨਹੀਂ ਕਰਨਾ, ਠੀਕ ਹੈ। ਤੇ ਤੁਹਾਡੇ ਲਈ ਫਿਰ ਅੱਜ ਇੱਕ ਹੋਰ ਲੈਕਚਰ ਇਸ ਸੀਰੀਜ਼ ਦਾ ਹਿੱਸਾ ਬਣ ਕੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਕਲੀਅਰ? ਚਲੋ ਫਿਰ ਲੈਟਸ ਸਟਾਰਟ ਵਿਦ ਪੰਜਾਬ ਜੀਕੇ MCQ ਮੈਰਾਥਨ ਸੀਰੀਜ਼। ਤੇ ਕੁਐਸਚਨ ਨੰਬਰ 1 ਹੈਗਾ ਤੁਹਾਡੇ ਸਾਹਮਣੇ ਇਹ। ਆਈਡੈਂਟੀਫਾਈ ਦ ਸਿਟੀ ਫਰੋਮ ਦ ਫੋਲੋਇੰਗ ਸਟੇਟਮੈਂਟਸ। ਇਹ ਦੋ ਸਟੇਟਮੈਂਟਸ ਦਿੱਤੀ ਹੋਈਆਂ, ਤੁਸੀਂ ਸਿਟੀ ਆਈਡੈਂਟੀਫਾਈ ਕਰਨੀ ਹੈ ਕਿ ਕਿਹੜੀ ਸਿਟੀ ਬਾਰੇ ਗੱਲ ਹੋ ਰਹੀ ਹੈ। This city was known as Tabar-e-Hind during medieval times. Qila Mubarak, constructed by Kanishk in 2nd century CE, lies in this city. ਹੁਣ ਇਹ ਦੋ ਸਟੇਟਮੈਂਟਸ ਨਾਲ ਤੁਸੀਂ ਪਹਿਚਾਣ ਕਰਨੀ ਹੈ ਕਿ ਕਿਹੜੀ ਸਿਟੀ ਦੀ ਗੱਲ ਹੋ ਰਹੀ ਹੈ। ਬਠਿੰਡਾ, ਫਰੀਦਕੋਟ, ਪਠਾਨਕੋਟ, ਲੁਧਿਆਣਾ, ਠੀਕ ਹੈ। ਨਾਓ ਮੈਂ ਤੁਹਾਨੂੰ ਦੱਸ ਦਿੰਦਾ ਆਨਸਰ ਕੀ ਹੈ। ਇਹ ਬਠਿੰਡੇ ਦੀ ਗੱਲ ਹੋ ਰਹੀ ਹੈ। ਦੇਖੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਿਡੀਵਲ ਟਾਈਮਸ ਦੇ ਵਿੱਚ ਬਠਿੰਡੇ ਨੂੰ ਕਹਿੰਦੇ ਸੀ ਪਰਸ਼ੀਅਨ ਲੈਂਗੁਏਜ ਦੇ ਵਿੱਚ ਤਬਰ-ਏ-ਹਿੰਦ। ਤਬਰ-ਏ-ਹਿੰਦ ਦਾ ਮਤਲਬ ਹੈਗਾ ਗੇਟਵੇ ਟੂ ਇੰਡੀਆ। ਕੋਈ ਵੀ ਬਾਹਰੋਂ ਇਨਵੇਡਰ ਆਂਦਾ ਸੀ ਨਾ, ਉਹ ਵਾਇਆ ਬਠਿੰਡਾ ਹੀ ਆਂਦਾ ਸੀ। ਗੇਟਵੇ ਟੂ ਇੰਡੀਆ ਕਹਿੰਦੇ ਸੀ, ਬੇਸਿਕਲੀ ਗੇਟਵੇ ਟੂ ਗੰਗਾ ਵੈਲੀ, ਪਰ ਗੇਟਵੇ ਟੂ ਇੰਡੀਆ ਬਿਕੋਜ਼ ਹਿੰਦ ਦਾ ਮਤਲਬ ਪਰਸ਼ੀਅਨ ਲੈਂਗੁਏਜ ਦੇ ਵਿੱਚ ਇੰਡੀਆ ਹੀ ਹੈਗਾ। ਤਾਂ ਬਠਿੰਡੇ ਨੂੰ ਤਬਰ-ਏ-ਹਿੰਦ ਕਹਿੰਦੇ ਸੀ। ਮੁਹੰਮਦ ਗਜ਼ਨੀ ਗੌਰੀ ਦੇ ਟਾਈਮ ਚੋਂ ਵਾਇਆ ਬਠਿੰਡੇ ਹੀ ਇਨਵੇਜ਼ਨਸ ਹੋਈਆਂ, ਕਲੀਅਰ। ਇਸੇ ਕਰਕੇ ਇਸ ਦਾ ਨਾਮ ਸੀਗਾ ਤਬਰ-ਏ-ਹਿੰਦ, ਇਹ ਯਾਦ ਰੱਖਣਾ, ਠੀਕ ਹੈ। ਤੇ ਇਹ ਸਿਰਫ ਮਿਡੀਵਲ ਟਾਈਮਸ ਦੇ ਵਿੱਚ ਇੰਪੋਰਟੈਂਟ ਨਹੀਂ ਸੀਗਾ ਬਠਿੰਡਾ ਐਂਸ਼ੀਅੰਟ ਟਾਈਮਸ ਦੇ ਵਿੱਚ ਵੀ ਇੰਪੋਰਟੈਂਟ ਸੀਗਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਂਸ਼ੀਅੰਟ ਟਾਈਮਸ ਦੇ ਵਿੱਚ ਇੰਡੀਆ ਦੇ ਨਾਰਥ ਇੰਡੀਆ ਦੇ ਉੱਤੇ ਇੱਕ ਬਹੁਤ ਹੀ ਪਾਵਰਫੁਲ ਐਮਪਾਇਰ ਦਾ ਰਾਜ ਸੀਗਾ, ਜਿਸ ਦਾ ਨਾਮ ਸੀਗਾ ਕੁਸ਼ਾਨ ਐਮਪਾਇਰ, ਠੀਕ ਹੈ। ਤੇ ਕੁਸ਼ਾਨ ਦੇ ਸਭ ਤੋਂ ਇੰਪੋਰਟੈਂਟ ਰੂਲਰ ਸੀਗੇ ਕਨਿਸ਼ਕ, ਸੈਂਟਰਲ ਏਸ਼ੀਅਨ ਹੀ ਸੀਗੇ ਕਨਿਸ਼ਕ, ਠੀਕ ਹੈ। ਤੇ ਕਨਿਸ਼ਕ ਨੇ ਇੱਕ ਕਿਲਾ ਬਣਾਇਆ ਸੀ ਬਠਿੰਡੇ ਦੇ ਵਿੱਚ, ਉਸਨੂੰ ਬਾਅਦ ਦੇ ਵਿੱਚ ਕਿਹਾ ਗਿਆ ਕਿਲਾ ਮੁਬਾਰਕ। ਤੇ ਤੁਹਾਨੂੰ ਪਤਾ ਕਿਲਾ ਮੁਬਾਰਕ ਇੱਕ ਹੋਰ ਗੱਲ ਨੂੰ ਲੈ ਕੇ ਵੀ ਫੇਮਸ ਹੈ। ਕਿਲਾ ਮੁਬਾਰਕ ਉਹੀ ਕਿਲਾ ਹੈ ਜਿਸ ਦੇ ਵਿੱਚ ਰਜ਼ੀਆ ਸੁਲਤਾਨ ਨੂੰ ਬੰਦ ਕੀਤਾ ਸੀ ਅਲਤੂਨੀਆ ਨੇ, ਠੀਕ ਹੈ। ਯਾਦ ਹੈ ਨਾ ਤੁਹਾਨੂੰ ਕਿ ਰਜ਼ੀਆ ਸੁਲਤਾਨ ਨੂੰ ਸੁਲਤਾਨ ਤਾਂ ਬਣਾਤਾ, ਫਿਰ ਬਾਅਦ ਦੇ ਵਿੱਚ ਬਗਾਵਤ ਹੋ ਗਈ, ਉਹ ਭੱਜੀ ਫਿਰੀ ਗਈ, ਠੀਕ ਹੈ। ਉਹ ਫਿਰ ਉਹਨੂੰ ਕੈਪਚਰ ਕਰ ਲਿਆ ਅਲਤੂਨੀਆ ਨੇ, ਫਿਰ ਉਹਨੇ ਅਲਤੂਨੀਆ ਨੂੰ ਹੀ ਮਤਲਬ ਸਡਿਊਸ ਕਰ ਲਿਆ, ਫਿਰ ਉਹ ਬਾਹਰ ਨਿਕਲ ਗਈ, ਉਹ ਸਾਰੀ ਕਹਾਣੀ ਹੈਗੀ ਆ। ਪਰ ਉਹ ਕਿਲਾ ਮੁਬਾਰਕ ਹੀ ਹੈਗਾ ਜਿੱਥੇ ਰਜ਼ੀਆ ਸੁਲਤਾਨ ਨੂੰ ਬੰਦੀ ਬਣਾਇਆ ਗਿਆ ਸੀ, ਠੀਕ ਹੈ, ਬਾਈ ਅਲਤੂਨੀਆ ਲੋਕਲ ਗਵਰਨਰ। ਤਾਂ ਇਸੇ ਕਰਕੇ ਕਿਲਾ ਮੁਬਾਰਕ ਬਹੁਤ ਫੇਮਸ ਹੈ। ਕਨਿਸ਼ਕ ਨੇ ਉਹਨੂੰ ਕੰਸਟਰਕਟ ਕਰਾਇਆ ਸੀ ਤੇ ਇਸ ਦੇ ਵਿੱਚ ਰਜ਼ੀਆ ਸੁਲਤਾਨ ਨੂੰ ਕੈਪਟਿਵ ਰੱਖਿਆ ਗਿਆ ਸੀ। ਤੇ ਸਾਰਾ ਕੁਝ ਹੈਗਾ ਬਠਿੰਡੇ ਦੇ ਵਿੱਚ, ਠੀਕ ਹੈ। ਇਸ ਕੁਐਸਚਨ ਦਾ ਆਨਸਰ ਹੈਗਾ A, ਕਲੀਅਰ। ਚਲੋ ਕੁਐਸਚਨ ਨੰਬਰ 2, ਇੱਕ ਹੋਰ ਸਿਟੀ ਆਈਡੈਂਟੀਫਾਈ ਕਰਨੀ ਹੈ ਆਪਾਂ। ਅੱਜ ਸਿਟੀ ਵਾਲੇ ਕੁਐਸਚਨਸ ਹੈਗੇ ਆ। ਵਿਚ ਸਿਟੀ ਆਫ ਪੰਜਾਬ ਵਾਸ ਨੋਨ ਐਜ਼ ਔਦੁੰਬਰਾ ਡਿਊਰਿੰਗ ਐਂਸ਼ੀਅੰਟ ਟਾਈਮਸ। ਕਿਸ ਸ਼ਹਿਰ ਦਾ ਨਾਮ ਐਂਸ਼ੀਅੰਟ ਟਾਈਮਸ ਦੇ ਵਿੱਚ ਔਦੁੰਬਰਾ ਸੀਗਾ ਪੰਜਾਬ ਦੇ? ਦੇਖੋ ਇਸ ਕੁਐਸਚਨ ਦਾ ਆਨਸਰ ਹੈਗਾ ਪਠਾਨਕੋਟ। ਪਠਾਨਕੋਟ ਨੂੰ ਔਦੁੰਬਰਾ ਕਹਿੰਦੇ ਸੀ,
एंशिएंट टाइम्स तो ही ਇਹ ਸ਼ਹਿਰ ਚੱਲ ਰਿਹਾ ਹੈ। ਇਹ ਉਹ ਸ਼ਹਿਰ ਨਹੀਂ ਹੈ ਜਿਹੜਾ ਮਿਡੀਵਲ ਟਾਈਮਸ ਦੇ ਵਿੱਚ ਬਣਾਇਆ ਗਿਆ ਸੀ। ਇਸ ਦੇ ਸਾਨੂੰ ਐਵੀਡੈਂਸ, ਇਸ ਦਾ ਐਵੀਡੈਂਸ एंशिएंट टाइम्स ਦੇ ਵਿੱਚ ਮਿਲਦਾ ਹੈ। एंशिएंट टाइम्स ਦੇ ਵਿੱਚ ਇੱਕ ਇਨਸਾਨ ਸੀਗੇ, ਅਫਗਾਨੀ ਇਨਸਾਨ ਸੀਗੇ, ਜਿਨ੍ਹਾਂ ਦਾ ਨਾਮ ਸੀਗਾ ਪਨੀਨੀ। ही is credited with giving grammar for संस्कृत। संस्कृत ਦੀ ग्रामर पनीनी ने ਦਿੱਤੀ ਹੈ, ਮਹਾਰਿਸ਼ੀ ਪਨੀਨੀ ਨੇ। ਠੀਕ ਹੈ, ਉਹਨਾਂ ਨੇ ਆਪਣੀ ਜਿਹੜੀ ਅਸ਼ਟਧਿਆਈ ਲਿਖੀ ਸੀ ਉਸ ਦੇ ਵਿੱਚ ਪਠਾਨਕੋਟ ਦਾ ਜ਼ਿਕਰ ਕੀਤਾ ਹੈ, ਪਰ ਉਸ ਵੇਲੇ ਇਸ ਦਾ ਨਾਮ ਪਠਾਨਕੋਟ ਨਹੀਂ ਸੀਗਾ, ਉਸ ਵੇਲੇ ਇਸ ਦਾ ਨਾਮ ਸੀਗਾ ਉਦੁੰਬਰਾ। ਠੀਕ ਹੈ, ਉਦੁੰਬਰਾ ਕਹਿੰਦੇ ਸੀ ਇਸ ਨੂੰ। ਕਲੀਅਰ? ਕਿਉਂਕਿ ਕਹਿੰਦੇ ਉਦੁੰਬਰਾ ਇਸ ਕਰਕੇ ਕਹਿੰਦੇ ਸੀ, ਉਸ ਵੇਲੇ ਨਾ ਇੱਥੇ ਇੱਕ ਵਾਰੀਅਰ ਟ੍ਰਾਈਬ ਰਹਿੰਦੀ ਸੀ ਜਿਹਦੇ ਕਾਫੀ ਵਾਰੀਅਰ ਹੋਣ ਦੇ ਐਵੀਡੈਂਸ ਸੀਗੇ। ਵਾਰੀਅਰ ਟ੍ਰਾਈਬ ਸੀਗੇ, ਉਹਦਾ ਨਾਮ ਸੀਗਾ ਅਯੁੱਧਾ। ਸੌਰੀ, ਅਯੁੱਧਾ ਵਿਜਾ। ਠੀਕ ਹੈ, ਅਯੁੱਧਾ ਵਿਜਾ ਸੀਗੇ, ਇਸੇ ਕਰਕੇ ਉਹਨਾਂ ਦੇ ਨਾਂ ਦੇ ਉੱਤੇ ਹੀ ਉਦੁੰਬਰਾ ਇਸ ਦਾ ਨਾਂ ਰੱਖਿਆ ਗਿਆ ਸੀ, ਪਠਾਨਕੋਟ। ਪਰ ਚੱਕਰ ਕੀ ਹੈ ਕਿ ਮਿਡੀਵਲ ਟਾਈਮਸ ਦੇ ਵਿੱਚ ਇਸ ਦਾ ਨਾਂ ਸੀਗਾ ਪ੍ਰਤਿਸ਼ਠਾਨ, ਪੈਠਾਨ ਕਰਕੇ ਸੀਗਾ ਇਹਦਾ ਨਾਂ। ਇਹਦੇ ਕਰਕੇ ਇਹ ਪਠਾਨਕੋਟ ਬਣ ਗਿਆ। ਬਿਕੋਜ਼ ਇੱਥੇ ਨਾ ਇੱਕ ਹੋਰ ਟ੍ਰਾਈਬ ਸੀਗੀ, ਟ੍ਰਾਈਬ ਤਾਂ ਨਹੀਂ, ਇੱਕ ਹੋਰ ਪਾਰਟਿਕੂਲਰ ਟਾਈਪਸ ਦੇ ਬੰਦੇ ਰਹਿੰਦੇ ਸੀ, ਵਾਰੀਅਰ ਟ੍ਰਾਈਬ ਹੀ ਸੀਗੀ, ਜਿਨ੍ਹਾਂ ਦੇ ਸਰਨੇਮ ਸੀਗੇ ਪਠਾਨੀਆਂ, ਅੱਜ ਵੀ ਐਗਜ਼ਿਸਟ ਕਰਦੇ ਹੈ, ਹੈ ਨਾ। ਤੇ ਉਹਨਾਂ ਦਾ ਰੂਲ ਸੀਗਾ ਮਿਡੀਵਲ ਟਾਈਮਸ ਦੇ ਵਿੱਚ ਪਠਾਨਕੋਟ ਦੇ ਉੱਤੇ। ਫਿਰ ਜਰਨੈਲ ਜੈ ਸਿੰਘ ਕਨਹਈਆ ਮਿਸਲ ਦੇ ਸੀਗੇ, ਉਹਨਾਂ ਨੇ ਇਹਨਾਂ ਨੂੰ ਹਰਾ ਕੇ ਫਿਰ ਇਹ ਪਠਾਨਕੋਟ ਤੇ ਕਬਜ਼ਾ ਕਰ ਲਿਆ ਸੀ। ਇਹ ਸਾਰਾ ਇਤਿਹਾਸ ਹੈ ਪਠਾਨਕੋਟ ਦਾ। ਪਰ ਪਠਾਨਕੋਟ ਨਾ ਬਣਿਆ ਪੈਠਾਨ ਤੋਂ ਪਠਾਨਕੋਟ ਫਿਰ ਬਣ ਗਿਆ। ਠੀਕ ਹੈ, ਇਹਨਾਂ ਦਾ ਅਫਗਾਨੀ ਪਠਾਨ ਨਾਲ ਕੋਈ ਵਾਸਤਾ ਨਹੀਂ ਹੈਗਾ। ਉਦੁੰਬਰਾ ਕਹਿੰਦੇ ਸੀ, ਬਸ ਤੁਸੀਂ ਇਹ ਯਾਦ ਰੱਖਣਾ ਹੈ। ਮਿਡੀਵਲ ਟਾਈਮਸ ਦੇ ਵਿੱਚ ਪੈਠਾਨ ਬਣ ਗਿਆ ਸੀ, ਐਂਸ਼ੀਐਂਟ ਟਾਈਮਸ ਦੇ ਵਿੱਚ ਉਦੁੰਬਰਾ ਸੀਗਾ, ਅਯੁੱਧਾ ਵਿਜਾ ਕਰਕੇ। ਤੇ ਇਹ ਸਾਨੂੰ ਰੈਫਰੈਂਸ ਮਿਲਦਾ ਪਨੀਨੀ ਦੀ ਅਸ਼ਟਧਿਆਈ ਦੇ ਵਿੱਚ, ਗ੍ਰਾਮਰ ਜਿਹੜੀ ਲਿਖੀ ਸੀ ਉਹਨਾਂ ਨੇ ਸੰਸਕ੍ਰਿਤ ਦੀ, ਪਠਾਨਕੋਟ ਬਾਰੇ। ਕਲੀਅਰ? ਤੇ ਪਠਾਨਕੋਟ ਨੂੰ ਸਿੱਖ ਇੰਪਾਇਰ ਤਾਂ ਨਹੀਂ, ਮਤਲਬ ਪਠਾਨਕੋਟ ਪਹਿਲਾਂ ਪਠਾਨੀਆਂ ਕਮਿਊਨਿਟੀ ਦੇ ਅੰਡਰ ਸੀਗਾ, ਫਿਰ ਉਦੋਂ ਬਾਅਦ ਕਨਹਈਆ ਮਿਸਲ ਦੇ ਅੰਡਰ ਆ ਗਿਆ। ਕਲੀਅਰ? ਖੈਰ, ਇਸ ਕੁਐਸਚਨ ਦਾ ਆਨਸਰ ਹੈਗਾ ਪਠਾਨਕੋਟ। ਚਲੋ ਜੀ, ਇੱਕ ਹੋਰ ਸਿਟੀ ਵਾਲਾ ਕੁਐਸਚਨ, ਵਿਚ ਡਿਸਟ੍ਰਿਕਟ ਇਨ ਪੰਜਾਬ ਇਜ਼ ਆਲਸੋ ਨੋਨ ਐਜ਼ ਸਿਟੀ ਆਫ ਸੇਂਟਸ। ਵੈਲ, ਸਿੱਧਾ ਆਨਸਰ ਹੈ ਇਸ ਦਾ ਹੁਸ਼ਿਆਰਪੁਰ ਨੂੰ ਕਹਿੰਦੇ ਆ ਅਸੀਂ ਸਿਟੀ ਆਫ ਸੇਂਟਸ। ਕਦੇ-ਕਦੇ ਲਿਖਿਆ ਹੁੰਦਾ ਲੈਂਡ ਆਫ ਸੇਂਟਸ, ਕਦੇ-ਕਦੇ ਸਿਟੀ ਆਫ ਸੇਂਟਸ ਲਿਖਿਆ ਹੁੰਦਾ, ਬਿਕੋਜ਼ ਬਹੁਤ ਸਾਰੇ ਸੇਂਟਸ ਇਸੇ ਹੀ ਧਰਤੀ ਚੋਂ ਨਿਕਲੇ ਆ। ਕਲੀਅਰ? ਇਸੇ ਕਰਕੇ ਹੁਸ਼ਿਆਰਪੁਰ। ਠੀਕ ਹੈ ਜੀ, ਚਲੋ ਕੁਐਸਚਨ ਨੰਬਰ 4। Consider the following statements regarding Akbar, Mughal Emperor Akbar. Akbar's first wife, Ruqayya Sultan Begum, was married to him in Lahore, that is in Punjab. Akbar was born at a Rajput fortress of Amarkot, which lies in modern-day Pakistan, Punjab. Akbar ate like common men in Gurdwara Tarn Taran Sahib. ठीक है, ये आप दसना है कि किहड़ी स्टेटमेंट इहदे चों सही हैगी है। मैं एक एक करके दसदा। देखो, अकबर दी जिहड़ी पहली वाइफ सीगी ना, ਉਹ ਸੀਗੀ ਰੁਕਈਆ ਸੁਲਤਾਨ ਬੇਗਮ, ਅਕਬਰ ਦੀ ਕਜ਼ਨ ਹੀ ਸੀਗੀ। ਠੀਕ ਹੈ, ਤੇ ਇਹ ਛੋਟੇ ਹੀ ਸੀਗੇ, 14 ਸਾਲਾਂ ਦੇ ਸੀਗੇ, ਮੇਰੇ ਖਿਆਲ 13-14 ਸਾਲਾਂ ਦੇ ਸੀਗੇ, ਤੇ ਉਹਨਾਂ ਦਾ ਵਿਆਹ ਹੋ ਗਿਆ ਸੀ। ਤਦ ਹੁਮਾਯੂੰ ਜ਼ਿੰਦਾ ਸੀ। ਹੁਮਾਯੂੰ ਦਾ ਸਾਨੀ ਹੈਗਾ ਨਾ ਅਕਬਰ, ਤਾਂ ਰੁਕਈਆ ਸੁਲਤਾਨ ਬੇਗਮ ਦੇ ਨਾਲ ਵਿਆਹ ਹੋ ਗਿਆ ਸੀ। ਇਹ ਅਕਬਰ ਦੀ ਫਰਸਟ ਵਾਈਫ ਸੀਗੀ ਤੇ ਅਕਬਰ ਦੀ ਚਾਈਲਡਲੈਸ ਵਾਈਫ ਸੀਗੀ। ਇਸ ਦੀ ਕੋਈ ਔਲਾਦ ਨਹੀਂ ਹੋਈ। ਠੀਕ ਹੈ, ਰੁਕਈਆ ਸੁਲਤਾਨ ਬੇਗਮ ਦਾ ਫਰਸਟ ਵਾਈਫ। ਇਹਨਾਂ ਦਾ ਵਿਆਹ ਕਰਵਾਇਆ ਸੀ ਲਾਹੌਰ ਦੇ ਵਿੱਚ ਨਹੀਂ, ਜਲੰਧਰ ਦੇ ਵਿੱਚ। ਮੈਂ ਇਸੇ ਕਰਕੇ ਸਟੇਟਮੈਂਟ ਪਾਈ ਹੈ ਜਲੰਧਰ ਸ਼ਹਿਰ ਦੇ ਇਤਿਹਾਸ ਨੂੰ ਦੱਸਣ ਵਾਸਤੇ। ਜਲੰਧਰ ਸ਼ਹਿਰ ਦੇ ਵਿੱਚ ਇਹਨਾਂ ਦਾ ਵਿਆਹ ਕਰਿਆ ਸੀ। ਠੀਕ ਹੈ, ਅਕਬਰ ਦਾ ਤੇ ਰੁਕਈਆ ਸੁਲਤਾਨ ਬੇਗਮ ਦਾ। ਤੁਹਾਨੂੰ ਪਤਾ ਹੈ ਨਾ ਕਿ ਜਦ ਹੁਮਾਯੂੰ ਬਾਦਸ਼ਾਹ ਬਣਿਆ ਸੀ ਤੇ ਉਹਨੂੰ ਭਜਾ ਕੇ ਬਾਹਰ ਫੇਂਕਿਆ ਆਪਣੇ ਸ਼ੇਰ ਸ਼ਾਹ ਸੂਰੀ ਨੇ। ਹੁਮਾਯੂੰ ਭਜਦਾ ਚਲਾ ਗਿਆ ਪਾਕਿਸਤਾਨ ਵਾਲਾ ਜਿਹੜਾ ਹਿੱਸਾ ਹੈ, ਉੱਥੇ ਇੱਕ ਰਾਜਪੂਤ ਪ੍ਰਿੰਸ ਸੀਗਾ ਰਾਣਾ ਪ੍ਰਸਾਦ। ਠੀਕ ਹੈ, ਉੱਥੇ ਉਸਨੂੰ ਸ਼ਰਨ ਮਿਲੀ। ਕਲੀਅਰ? ਤੇ ਉਹ ਕਿਸ ਥਾਂ ਦਾ ਰਾਜਪੂਤ ਪ੍ਰਿੰਸ ਸੀਗਾ, ਰਾਜਪੂਤ ਕਿੰਗ ਸੀਗਾ? ਅਮਰਕੋਟ ਦਾ। ਤੇ ਅਮਰਕੋਟ ਅੱਜ ਲਾਈ ਕਰਦਾ ਹੈ ਪਾਕਿਸਤਾਨ ਦੇ ਵਿੱਚ। ਬਸ ਉਹਨਾਂ ਨੇ ਇਸ ਦਾ ਨਾਂ ਚੇਂਜ ਕਰਤਾ। ਪਹਿਲਾਂ ਇਸ ਨੂੰ ਅਮਰਕੋਟ ਕਹਿੰਦੇ ਸੀ, ਹੁਣ ਪਾਕਿਸਤਾਨ ਦੇ ਵਿੱਚ ਇਸ ਨੂੰ ਉਮਰਕੋਟ ਕਹਿੰਦੇ ਆ। ਤਾਂ ਹੁਮਾਯੂੰ ਆਪਣੇ ਪੂਰੇ ਪਰਿਵਾਰ ਨਾਲ ਭੱਜਦਾ ਹੋਇਆ ਇਸ ਰਾਜਪੂਤ ਪ੍ਰਿੰਸ ਕੋਲ ਆਇਆ। ਠੀਕ ਹੈ, ਰਾਣਾ ਪ੍ਰਸਾਦ ਸੀਗਾ ਉਹਦਾ ਨਾਂ। ਠੀਕ ਹੈ, ਤੇ ਉਹ ਜਿਹੜਾ ਏਰੀਆ ਸੀਗਾ ਉਹ ਸੀਗਾ ਅਮਰਕੋਟ।
ਅਮਰਕੋਟ ਅੱਜ ਕਿੱਥੇ ਲਾਈ ਕਰਦਾ? ਪਾਕਿਸਤਾਨ ਦੇ ਵਿੱਚ, ਬਟ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਨਹੀਂ ਲਾਈ ਕਰਦਾ, ਪਾਕਿਸਤਾਨ ਦੇ ਸਿੰਧ ਦੇ ਵਿੱਚ ਲਾਈ ਕਰਦਾ ਹੈ। ਪਾਕਿਸਤਾਨ ਦਾ ਜਿਹੜਾ ਸਿੰਧ ਪ੍ਰੋਵਿੰਸ ਹੈ ਉੱਥੇ ਇਹ ਥਾਂ ਹੈਗੀ ਆ ਉਮਰਕੋਟ। ਅੱਜ ਉਮਰਕੋਟ ਕਹਿੰਦੇ ਆ, ਪਹਿਲਾਂ ਅਮਰਕੋਟ ਕਹਿੰਦੇ ਸੀ, ਠੀਕ ਹੈ। ਤਾਂ ਅਕਬਰ ਦਾ ਜਨਮ ਵੀ ਉੱਥੇ ਹੀ ਹੋਇਆ। ਹੁਮਾਯੂੰ ਦੇ ਪੂਰੇ ਪਰਿਵਾਰ ਨੂੰ ਸ਼ਰਨ ਦਿੱਤੀ ਸੀ ਰਾਣਾ ਪ੍ਰਸਾਦ ਨੇ, ਰਾਜਪੂਤ ਪ੍ਰਿੰਸ ਕਿੰਗ ਸੀਗਾ ਅਮਰਕੋਟ ਦਾ, ਠੀਕ ਹੈ। ਅਕਬਰ ਦਾ ਜਨਮ ਤੁਹਾਨੂੰ ਪਤਾ ਹੋਣਾ ਚਾਹੀਏ 1542 ਦੇ ਵਿੱਚ ਹੋਇਆ, ਠੀਕ ਹੈ, ਇੱਥੇ ਹੀ ਹੋਇਆ। ਤਾਂ ਇਸ ਕਰਕੇ ਸੈਕਿੰਡ ਸਟੇਟਮੈਂਟ ਗਲਤ ਹੋ ਜਾਂਦੀ ਹੈ ਆਪਣੀ, ਬਿਕੋਜ਼ ਪਾਕਿਸਤਾਨ ਪੰਜਾਬ ਦੇ ਵਿੱਚ ਨਹੀਂ, ਪਾਕਿਸਤਾਨ ਸਿੰਧ ਦੇ ਵਿੱਚ ਲਾਏ ਕਰਦਾ, ਠੀਕ ਹੈ। ਦੂਜੀ ਸਟੇਟਮੈਂਟ ਗਲਤ ਹੈ, ਪਹਿਲੀ ਸਟੇਟਮੈਂਟ ਆਪਣੀ ਸਹੀ ਹੈ। ਪਹਿਲੀ ਸਟੇਟਮੈਂਟ ਵੀ ਆਪਣੀ ਗਲਤ ਹੈ, ਠੀਕ ਹੈ। ਲਾਹੌਰ ਨਹੀਂ ਜਲੰਧਰ। ਅਕਬਰ ਏਟ ਲਾਈਕ ਕਾਮਨ ਮੈਨ ਇਨ ਗੁਰਦੁਆਰਾ ਤਰਨਤਾਰਨ ਸਾਹਿਬ, ਠੀਕ ਹੈ। ਹੁਣ ਇਹ ਗੱਲ ਧਿਆਨ ਨਾਲ ਸੁਣੋ, ਤੁਹਾਨੂੰ ਪਤਾ ਹੈ ਅਕਬਰ ਗੁਰੂ ਅਮਰਦਾਸ ਜੀ ਦੇ ਟਾਈਮ ਦੇ ਵਿੱਚ ਤਰਨਤਾਰਨ ਆਏ ਸੀ। ਤਰਨਤਾਰਨ ਦੇ ਵਿੱਚ ਲੰਗਰ ਦੀ ਵਿਵਸਥਾ ਹੁੰਦੀ ਸੀ, ਗੁਰੂ ਅਮਰਦਾਸ ਜੀ ਪੂਰਾ ਸਾਰਾ ਕੁਝ ਦੇਖਦੇ ਸੀ। ਤਾਂ ਅਕਬਰ ਵਾਸ ਰੀਅਲੀ ਇੰਪ੍ਰੈਸਡ ਕਿ ਯਾਰ ਇਹ ਤਾਂ ਬਹੁਤ ਵਧੀਆ ਸਿਸਟਮ ਹੈਗਾ, ਸਾਰਿਆਂ ਦੇ ਲਈ ਲੰਗਰ ਦੀ ਵਿਵਸਥਾ ਹੁੰਦੀ ਹੈ, ਇਸ ਥਾਂ ਦੇ ਵਿੱਚ ਤਾਂ ਕੋਈ ਭੁੱਖਾ ਰਹਿ ਹੀ ਨਹੀਂ ਸਕਦਾ। ਤਾਂ ਅਕਬਰ ਲਾਈਕ ਕਾਮਨ ਮੈਨ, ਆਮ ਬੰਦਿਆਂ ਦੇ ਵਿੱਚ ਬਹਿ ਕੇ ਲੰਗਰ ਛਕਿਆ ਹੈ ਅਕਬਰ ਨੇ, ਠੀਕ ਹੈ। ਤਾਂ ਉਹ ਕਿੱਥੇ ਸੀਗਾ? ਗੁਰਦੁਆਰਾ ਤਰਨਤਾਰਨ ਸਾਹਿਬ ਦੇ ਵਿੱਚ। ਤਾਂ ਤੀਜੀ ਸਟੇਟਮੈਂਟ ਆਪਣੀ ਸਹੀ ਹੈ। ਇੱਥੇ ਕਰੈਕਟ ਨਹੀਂ ਇਨਕਰੈਕਟ ਹੋਣਾ ਚਾਹੀਦਾ ਸੀ, ਸੌਰੀ। ਤੇ ਪਹਿਲੀ ਦੋ ਸਟੇਟਮੈਂਟਸ ਇਨਕਰੈਕਟ ਹੈਗੀਆਂ ਏ, ਠੀਕ ਹੈ ਜੀ। ਚਲੋ ਕੁਐਸਚਨ ਨੰਬਰ 5, consider the following statements. Punjab was called Lahore Suba during Mughal times and Multan was part of this Suba, ठीक है जी। The term Punjab for this region is mentioned in Emperor Jahangir's autobiography. ਕਿਹੜੀ ਸਟੇਟਮੈਂਟ ਕਰੈਕਟ ਹੈਗੀ ਆ? ਦੇਖੋ ਮੁਗਲ ਟਾਈਮਸ ਦੇ ਵਿੱਚ ਨਾ ਜਿਹੜਾ ਪੰਜਾਬ ਦਾ ਰੀਜਨ ਹੈ ਇਸ ਨੂੰ ਲਾਹੌਰ ਸੂਬਾ ਕਹਿੰਦੇ ਸੀ। ਅਕਬਰ ਨੇ ਆਪਣੇ ਪੂਰੇ ਮੁਗਲਾਂ ਨੇ ਆਪਣੇ ਪੂਰੇ ਅੰਪਾਇਰ ਨੂੰ ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ, ਤਾਂ ਇਸ ਨੂੰ ਲਾਹੌਰ ਸੂਬਾ ਕਹਿੰਦੇ ਸੀ, ਪੰਜਾਬ ਸੂਬਾ ਨਹੀਂ ਕਹਿੰਦੇ ਸੀ, ਠੀਕ ਹੈ। ਲਾਹੌਰ ਸੂਬਾ, ਠੀਕ ਹੈ। ਤੇ ਲਾਹੌਰ ਸੂਬਾ ਦੇ ਥੱਲੇ ਸੀਗਾ ਸਾਊਥ ਵਾਲੀ ਸਾਈਡ ਦੇ ਵਿੱਚ ਮੁਲਤਾਨ ਸੂਬਾ, ਈਸਟਰਨ ਸਾਈਡ ਦੇ ਵਿੱਚ ਸੀਗਾ ਦਿੱਲੀ ਸੂਬਾ, ਨਾਰਥ ਦੇ ਵਿੱਚ ਸੀਗਾ ਕਸ਼ਮੀਰ ਸੂਬਾ, ਤੇ ਵੈਸਟ ਦੇ ਵਿੱਚ ਸੀਗਾ ਕਾਬੁਲ ਸੂਬਾ। ਇਹ ਸੀਗੀ ਵੰਡ, ਠੀਕ ਹੈ। ਤਾਂ ਪਹਿਲੀ ਸਟੇਟਮੈਂਟ ਗਲਤ ਹੈ, ਬਿਕੋਜ਼ ਪੰਜਾਬ ਨੂੰ ਤਾਂ ਲਾਹੌਰ ਸੂਬਾ ਕਹਿੰਦੇ ਸੀ, ਪਰ ਮੁਲਤਾਨ ਦਾ ਇੱਕ ਵੱਖਰਾ ਸੂਬਾ ਸੀਗਾ, ਮੁਲਤਾਨ ਲਾਹੌਰ ਸੂਬੇ ਦਾ ਪਾਰਟ ਨਹੀਂ ਸੀਗਾ, ਠੀਕ ਹੈ। ਇਹ ਗਲਤ ਹੋ ਜਾਂਦਾ। ਫਿਰ ਤੁਸੀਂ ਸੋਚ ਰਹੇ ਹੋਣੇ ਕਿ ਇਸ ਏਰੀਆ ਦਾ ਨਾਮ ਪੰਜਾਬ ਕਿਵੇਂ ਪਿਆ? ਦੇਖਿਓ ਇਸ ਏਰੀਆ ਦਾ ਨਾਮ ਪੰਜਾਬ ਮਿਡੀਵਲ ਟਾਈਮਸ ਦੇ ਵਿੱਚ ਵੀ ਸੀਗਾ। ਹਾਂ, ਜਿਹੜਾ ਆਫੀਸ਼ੀਅਲ ਡਾਕੂਮੈਂਟ ਸੀਗੇ ਮੁਗਲਾਂ ਦੇ ਉਸ ਦੇ ਵਿੱਚ ਲਾਹੌਰ ਸੂਬਾ ਕਹਿੰਦੇ ਸੀ, ਬਟ ਪੋਪੂਲਰਲੀ ਇਸ ਰੀਜਨ ਨੂੰ ਪੰਜਾਬ ਹੀ ਕਹਿੰਦੇ ਸੀ। ਤੇ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਇਹ ਜਿਹੜਾ ਪੰਜਾਬ ਦਾ ਰੀਜਨ ਹੈ, ਇਹ ਨਾਂ ਜਿਹੜਾ ਹੈਗਾ ਪੰਜਾਬ, ਇਟ ਕਮਸ ਫਰਮ ਪਰਸ਼ੀਅਨ origin। ਪਰਸ਼ੀਅਨ ਦੇ ਵਿੱਚ ਪੰਜ ਦਾ ਮਤਲਬ ਹੈ ਪੰਜ, ਠੀਕ ਹੈ। ਅਬ ਦਾ ਮਤਲਬ ਹੈ ਦਰਿਆ, ਠੀਕ ਹੈ, ਵਾਟਰ ਬੋਡੀਜ਼। ਤਾਂ ਇਹ ਪੰਜ ਦਰਿਆਵਾਂ ਦਾ ਇੱਕ ਸੂਬਾ ਸੀਗਾ, ਇਸੇ ਕਰਕੇ ਇਸ ਰੀਜਨ ਨੂੰ ਪੰਜਾਬ ਕਹਿੰਦੇ ਸੀ, ਠੀਕ ਹੈ। ਬਟ ਇਹ ਜਿਹੜਾ ਪੰਜਾਬ ਵਾਲਾ ਰੀਜਨ ਹੈ ਇੰਨਾ ਪਪੂਲਰ ਸੀਗਾ, ਇਸ ਏਰੀਆ ਦਾ ਨਾਮ ਪੰਜਾਬ। ਵੈਸੇ ਤਾਂ ਆਫੀਸ਼ੀਅਲ ਡਾਕੂਮੈਂਟਸ ਦੇ ਵਿੱਚ ਤਾਂ ਲਾਹੌਰ ਸੂਬਾ ਸੀਗਾ, ਬਟ ਇਹ ਇਸ ਖਿੱਤੇ ਦਾ ਨਾਮ ਪੰਜਾਬ ਐਡਾ ਕੁ ਪਪੂਲਰ ਸੀਗਾ ਕਿ ਜਹਾਂਗੀਰ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ, ਜਿਸ ਦਾ ਨਾਮ ਹੈਗਾ ਤੁਜ਼ੂਕੇ ਜਹਾਂਗੀਰੀ, ਤੁਜ਼ੂਕੇ ਜਹਾਂਗੀਰੀ ਦੇ ਵਿੱਚ ਵੀ ਪੰਜਾਬ ਵਰਡ ਮੈਂਸ਼ਨ ਕੀਤਾ ਹੋਇਆ। ਦੈਟ ਮੀਨਸ ਉਸ ਵੇਲੇ ਪਪੂਲਰ ਸੀਗਾ ਇਹ ਪਰਸ਼ੀਅਨ ਵਰਡ, ਠੀਕ ਹੈ। ਤੁਜ਼ੂਕੇ ਜਹਾਂਗੀਰੀ ਜਹਾਂਗੀਰ ਦੀ ਆਟੋਬਾਇਓਗ੍ਰਾਫੀ ਸੀਗੀ। ਤਾਂ ਦੂਜੀ ਸਟੇਟਮੈਂਟ ਸਹੀ ਹੈ। ਤਾਂ ਤੁਹਾਨੂੰ ਮੈਂ ਐਕਸਟਰਾ ਇਨਫੋਰਮੇਸ਼ਨ ਵੀ ਦੇ ਦੇਣਾ ਕਿ ਪੰਜਾਬ ਜਿਹੜਾ ਰੀਜਨ ਹੈ ਉਸ ਨੂੰ ਡਿਫਰੈਂਟ ਕਮਿਊਨਿਟੀਜ਼ ਕੀ ਨਾਮ ਦੇ ਕੇ ਗਈ ਸੀ। ਐਂਸ਼ੀਐਂਟ ਵੈਦਿਕ ਟਾਈਮਸ ਦੇ ਵਿੱਚ ਤਾਂ ਇਸ ਨੂੰ ਸਪਤ ਸਿੰਧੂ ਰੀਜਨ ਕਹਿੰਦੇ ਸੀ, ਠੀਕ ਹੈ। ਇਹ ਤਾਂ ਹੋ ਗਿਆ ਆਪਣਾ ਵੈਦਿਕ, ਕਲੀਅਰ। ਤੇ ਜਿਹੜੇ ਗ੍ਰੀਕ ਸੀਗੇ ਉਹ ਜਦ ਆਏ ਸੀ ਉਹ ਇਸ ਰੀਜਨ ਨੂੰ ਕਹਿੰਦੇ ਸੀ ਪੈਂਟੋਪੋਟੇਮੀਆ। ਪੈਂਟੋਪੋਟੇਮੀਆ ਕਹਿੰਦੇ ਸੀ ਗ੍ਰੀਕਸ। ਤੇ ਜਿਹੜੇ ਪਰਸ਼ੀਅਨ ਔਰ ਟਰਕਿਸ਼ ਇਨਵੇਡਰ ਸੀਗੇ ਉਹ ਤਾਂ ਪੰਜਾਬ ਹੀ ਕਹਿੰਦੇ ਸੀ, ਠੀਕ ਹੈ। ਤੇ ਅੱਜ ਵੀ ਉਹਨਾਂ ਦਾ ਹੀ ਚੱਲ ਰਿਹਾ, ਟਰਕਿਸ਼, ਪਰਸ਼ੀਅਨ, ਮੋਂਗੋਲ ਇਨਵੇਡਰਸ, ਉਹਨਾਂ ਨੇ ਪੰਜਾਬ ਨਾਮ ਰੱਖਿਆ ਤੇ ਅੱਜ ਪੰਜਾਬ ਹੀ ਚੱਲ ਰਿਹਾ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ। ਖੈਰ ਇਸ ਕੁਐਸਚਨ ਦਾ ਆਨਸਰ ਸੀਗਾ B only 2।
चलो जी, क्वेश्चन नंबर 6, कंसिडर द फॉलोइंग स्टेटमेंट्स रिगार्डिंग घर घर रोजगार ते एंड कारोबार मिशन। ये पंजाब सरकार ने स्टार्ट किया होया है, ठीक है। घर घर रोजगार देना लोकां नूं ते लोकां दा कारोबार वधाना। This mission shall be implemented by the 22 District Bureau of Employment and Enterprises. It was launched in 2017 in Mohali। ठीक है, ਕਿਹੜੀ ਸਟੇਟਮੈਂਟ ਕਰੈਕਟ ਹੈ? ਦੇਖੋ, ਇਹ ਜਿਹੜੀ ਸਕੀਮ ਕੱਢੀ ਹੈ ਪੰਜਾਬ ਸਰਕਾਰ ਨੇ, ਇਸ ਨੂੰ ਇੰਪਲੀਮੈਂਟ ਕਰਨ ਲਈ ਹਰੇਕ ਡਿਸਟ੍ਰਿਕਟ ਦੇ ਵਿੱਚ ਇਹ ਸਕੀਮ ਇੰਪਲੀਮੈਂਟ ਹੋ, ਉਸ ਦੇ ਲਈ ਨੋਡਲ ਡਿਪਾਰਟਮੈਂਟ ਜਿਹੜਾ ਹੈਗਾ ਉਹ ਹੈਗਾ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਐਂਟਰਪ੍ਰਾਈਜ਼ਸ। ਤੇ ਹਰੇਕ ਡਿਸਟ੍ਰਿਕਟ ਦੇ ਵਿੱਚ ਇਹ ਡਿਪਾਰਟਮੈਂਟ, ਇਹ ਬਿਊਰੋ ਰੱਖਿਆ ਹੋਇਆ, ਉਹ ਇੰਪਲੀਮੈਂਟ ਕਰਦਾ ਡਿਸਟ੍ਰਿਕਟ ਲੈਵਲ ਤੇ। ਤਾਂ ਬਿਲਕੁਲ ਸਹੀ ਸਟੇਟਮੈਂਟ ਹੈ। ਇਹ ਜਿਹੜੀ ਸਕੀਮ ਸੀਗੀ, ਇਹ ਲਾਂਚ ਕਦੋਂ ਹੋਈ ਹੈ? ਇਹ ਸਕੀਮ ਲਾਂਚ ਹੋਈ ਹੈ 2017 ਦੇ ਵਿੱਚ, 17 ਦੇ ਵਿੱਚ ਮੋਹਾਲੀ ਦੇ ਵਿੱਚ ਹੀ ਲਾਂਚ ਹੋਈ ਹੈ, ਸਤੰਬਰ ਦੇ ਮਹੀਨੇ ਦੇ ਵਿੱਚ, ਕੁਝ ਐਗਜ਼ੈਕਟਲੀ ਮੈਨੂੰ ਜੋ ਯਾਦ ਆ ਰਿਹਾ, ਮੋਹਾਲੀ ਦੇ ਵਿੱਚ 2017 ਦੇ ਵਿੱਚ ਇਹ ਸਕੀਮ ਨੂੰ ਲਾਂਚ ਕੀਤਾ ਗਿਆ ਸੀ। ਠੀਕ ਹੈ, ਤਾਂ ਦੂਜੀ ਸਟੇਟਮੈਂਟ ਵੀ ਸਹੀ ਹੈਗੀ ਹੈ, ਤਾਂ ਆਪਣਾ ਆਨਸਰ ਬਣਦਾ ਹੈ ਸੀ। ਕਲੀਅਰ? ਚਲੋ ਅੱਗੇ ਚੱਲਦੇ ਹਾਂ। ਹਾਂਜੀ, ਵਿਚ ਸਿਟੀ ਡਜ਼ ਨਾਟ ਹੈਵ ਅ ਸਿਵਲ ਐਨਕਲੇਵ ਐਜ਼ ਪਰ ਐਜ਼ RCS ਉਡਾਨ ਸਕੀਮ। ਹੁਣ RCS ਉਡਾਨ ਸਕੀਮ ਜਿਹੜੀ ਹੈਗੀ ਹੈ ਉਹ ਯੂਨੀਅਨ ਦੀ, ਸੈਂਟਰ ਦੀ ਹੈਗੀ ਹੈ। RCS ਦਾ ਫੁੱਲ ਫਾਰਮ ਹੈਗਾ ਰੀਜਨਲ ਕਨੈਕਟੀਵਿਟੀ ਸਕੀਮ। ਰੀਜਨਲ ਕਨੈਕਟੀਵਿਟੀ ਸਕੀਮ ਕਿਹੜੀ ਕਨੈਕਟੀਵਿਟੀ? 에ਅਰ ਕਨੈਕਟੀਵਿਟੀ, 에ਅਰਪੋਰਟਸ ਡਿਵੈਲਪ ਕਰਨ ਲਈ। ਜਿਹੜੀ ਟੀਅਰ 2 ਟੀਅਰ 3 ਸਿਟੀਜ਼ ਹੈਗੀਆਂ, ਜਿਹੜੇ ਛੋਟੇ ਸ਼ਹਿਰ ਹੈਗੇ ਜਿੱਥੇ 에ਅਰਪੋਰਟ ਨਹੀਂ ਹੈਗਾ, ਉੱਥੇ ਵੀ 에ਅਰਪੋਰਟ ਦੀ ਫੈਸਿਲਿਟੀ, ਤਾਂ ਕਿ ਉੱਥੇ ਦੇ ਜਿਹੜੇ ਬੰਦੇ ਆ ਉਹਨਾਂ ਨੂੰ 에ਅਰ ਟਰੈਵਲ ਦੀ ਸਹੂਲਤ ਮਿਲੇ। ਉਹਦੇ ਵਾਸਤੇ ਸਰਕਾਰ ਨੇ ਸਕੀਮ ਕੱਢੀ ਸੀ ਇਹ RCS ਉਡਾਨ। ਉਡਾਨ ਦਾ ਮਤਲਬ ਉੜੇ ਦੇਸ਼ ਕਾ ਆਮ ਨਾਗਰਿਕ, ਇਹ ਫੁੱਲ ਫਾਰਮ ਸੀਗਾ, ਤੇ ਰੀਜਨਲ ਕਨੈਕਟੀਵਿਟੀ ਸਕੀਮ ਸੀਗੀ। ਤਾਂ ਇਹ ਯੂਨੀਅਨ ਦੀ ਸਕੀਮ ਸੀਗੀ। ਇਸ ਦੇ ਵਿੱਚ ਨਾ 에ਅਰਪੋਰਟਸ ਤੁਸੀਂ ਡਿਵੈਲਪ ਕਰ ਰਹੇ ਹੋ ਟੀਅਰ 2 ਟੀਅਰ 3 ਸਿਟੀਜ਼ ਦੇ ਵਿੱਚ, ਛੋਟੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ, ਤੇ ਤੁਸੀਂ ਸਬਸਿਡੀ ਵਗੈਰਾ ਪ੍ਰੋਵਾਈਡ ਕਰ ਰਹੇ ਹੋ। ਠੀਕ ਹੈ, ਤਾਂ 80% ਜਿਹੜੀ ਸਬਸਿਡੀ ਹੈ ਉਹ ਸੈਂਟਰਲ ਗਵਰਨਮੈਂਟ ਦੇ ਰਹੀ ਹੈ, 20% ਸਬਸਿਡੀ ਆਪਣੀ ਪੰਜਾਬ ਸਰਕਾਰ ਦੇ ਰਹੀ ਹੈ। ਖੈਰ, RCS ਉਡਾਨ ਸਕੀਮ ਦੇ ਤਹਿਤ ਪੰਜਾਬ ਦੇ 3 ਸ਼ਹਿਰਾਂ ਦੇ ਵਿੱਚ ਸਿਵਲ ਐਨਕਲੇਵ ਬਣਾਈ ਹੈ। ਪ੍ਰੋਪਰ ਇੱਕ ਏਰੀਆ ਹੈ ਜਿਸ ਦੇ ਵਿੱਚ ਸਿਵਲ ਏਵੀਏਸ਼ਨ ਨੂੰ ਡਿਵੈਲਪ ਕੀਤਾ ਜਾਊਗਾ, ਸਿਵਲ ਐਨਕਲੇਵ। ਠੀਕ ਹੈ, ਉਹ ਕਿਹੜੇ ਸ਼ਹਿਰਾਂ ਦੇ ਵਿੱਚ ਹੈ? ਉਹ ਨਾ ਐਕਚੁਅਲੀ 3 ਸ਼ਹਿਰਾਂ ਦੇ ਵਿੱਚ ਹੈ। ਬਠਿੰਡੇ ਦੇ ਵਿੱਚ ਹੈ, ਆਦਮਪੁਰ ਜਲੰਧਰ ਦੇ ਵਿੱਚ ਹੈ, ਜਲੰਧਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਆਦਮਪੁਰ, ਪਠਾਨਕੋਟ ਦੇ ਵਿੱਚ ਹੈ। ਅੰਮ੍ਰਿਤਸਰ ਤਾਂ ਲੋੜ ਹੀ ਨਹੀਂ, ਅੰਮ੍ਰਿਤਸਰ ਤਾਂ ਸਭ ਤੋਂ ਪਹਿਲਾਂ ਹੀ ਬਹੁਤ ਵੱਡਾ ਡਿਵੈਲਪਡ 에ਅਰਪੋਰਟ ਹੈਗਾ, ਇੰਟਰਨੈਸ਼ਨਲ 에ਅਰਪੋਰਟ ਹੈਗਾ ਅੰਮ੍ਰਿਤਸਰ ਤਾਂ। ਠੀਕ ਹੈ, ਤਾਂ ਅੰਮ੍ਰਿਤਸਰ ਤਾਂ ਸਿਵਲ ਐਨਕਲੇਵ ਬਣਾਉਣ ਦੀ ਲੋੜ ਹੀ ਨਹੀਂ ਸੀਗੀ। ਇਹ ਤੁਸੀਂ ਲੌਜਿਕ ਨਾਲ ਵੀ ਕੁਐਸਚਨ ਹੱਲ ਕਰ ਸਕਦੇ ਸੀ। ਤਾਂ ਇਸੇ ਕਰਕੇ ਸੀ ਨਹੀਂ ਹੈਗਾ, ਡਸ ਨਾਟ ਪੁੱਛਿਆ ਨਾ। ਬਸ ਤੁਸੀਂ ਯਾਦ ਰੱਖਣਾ ਸਿਵਲ ਐਨਕਲੇਵ ਬਣਾਈ ਹੈ ਐਜ਼ ਪਰ RCS ਉਡਾਨ ਸਕੀਮ ਇਨ ਬਠਿੰਡਾ, ਆਦਮਪੁਰ, ਜਲੰਧਰ, ਪਠਾਨਕੋਟ। ਠੀਕ ਹੈ ਜੀ। ਚਲੋ 8th ਕੁਐਸਚਨ, ਐਜ਼ ਪਰ ਸੈਂਸਸ 2011 ਪੰਜਾਬ is the 5th most urbanized state in the country। urbanized ਦਾ ਮਤਲਬ ਕੀ ਹੈ ਕਿ ਟੋਟਲ ਪੋਪੂਲੇਸ਼ਨ ਦੇ ਵਿੱਚ ਅਰਬਨ ਪੋਪੂਲੇਸ਼ਨ ਦਾ ਸ਼ੇਅਰ ਕਿੰਨਾ ਹੈ, ਉਸ ਹਿਸਾਬ ਨਾਲ ਰੈਂਕਿੰਗ ਹੈਗੀ ਹੈ। ਤੇ ਪੰਜਾਬ ਦਾ ਰੈਂਕ 5th ਹੈਗਾ। More than half of Punjab's urban population is concentrated in 5 districts। ठीक है, ਤੁਸੀਂ ਦੱਸਣਾ ਕਿਹੜੀ ਸਟੇਟਮੈਂਟ ਕਰੈਕਟ ਹੈ। ਦੋਨੋਂ ਹੀ ਸਟੇਟਮੈਂਟ ਕਰੈਕਟ ਨੇ। ਠੀਕ ਹੈ, ਪਹਿਲੀ ਨੂੰ ਦੇਖਦੇ ਹਾਂ। 2011 ਦੇ ਸੈਂਸਸ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਜਿਹੜੀ ਅਰਬਨ ਪੋਪੂਲੇਸ਼ਨ ਦਾ ਸ਼ੇਅਰ ਹੈਗਾ ਉਹ ਹੈਗਾ 37.42%। ਪੰਜਾਬ ਦੇ ਵਿੱਚ 37.42% ਜਿਹੜੀ ਪੋਪੂਲੇਸ਼ਨ ਹੈ ਉਹ ਅਰਬਨ ਏਰੀਆਜ਼ ਦੇ ਵਿੱਚ ਰਹਿੰਦੀ ਹੈ। ਇਹ ਪੰਜਾਬ ਦਾ ਹਾਲ ਹੈ। ਨੈਸ਼ਨਲ ਐਵਰੇਜ ਕੁਝ 31% ਦੇ ਨੇੜੇ ਤੇੜੇ ਹੈ, 31.16% ਹੈ ਸ਼ਾਇਦ। ਇਹ ਇੰਡੀਆ ਦਾ ਹਾਲ ਹੈ। ਠੀਕ ਹੈ, ਬਟ ਪੰਜਾਬ ਦੇ ਵਿੱਚ ਵੱਧ ਬੰਦੇ ਅਰਬਨ ਏਰੀਆਜ਼ ਦੇ ਵਿੱਚ ਰਹਿੰਦੇ ਆ, ਯਾਨੀ ਕਿ ਇਹਦਾ ਮਤਲਬ ਕੀ ਹੈ, as compared to the rest of the country, Punjab is more urbanized। ठीक है, Punjab is more urbanized than national average। ठीक है, ਬਿਲਕੁਲ ਸਹੀ। ਤੇ ਪੰਜਾਬ ਦਾ ਰੈਂਕ 5th ਹੈਗਾ। 5th ਕਿਵੇਂ ਹੈਗਾ? ਪਹਿਲਾਂ ਆਪਣਾ ਪੈਂਦਾ ਕਰਨਾਟਕਾ ਦਾ, ਠੀਕ ਹੈ, ਫਿਰ ਆਪਣਾ ਆ ਰਿਹਾ ਹੈ ਗੁਜਰਾਤ ਦਾ, ਫਿਰ ਮਹਾਰਾਸ਼ਟਰ ਦਾ, ਦੈਨ ਤਾਮਿਲਨਾਡੂ, ਦੈਨ ਪੰਜਾਬ। ਇਹ ਹੈਗਾ। ਠੀਕ ਹੈ, ਤਾਂ ਪਹਿਲੀ ਸਟੇਟਮੈਂਟ ਤਾਂ ਬਿਲਕੁਲ ਸਹੀ ਹੈ। ਦੂਜੀ ਸਟੇਟਮੈਂਟ ਮੋਰ ਦੈਨ ਹਾਫ ਆਫ ਪੰਜਾਬ's urban population is concentrated in 5 districts, ਬਿਲਕੁਲ ਸਹੀ ਹੈ। ਜਿੰਨੀ ਵੀ ਅਰਬਨ ਪੋਪੂਲੇਸ਼ਨ ਹੈ ਪੰਜਾਬ ਦੇ ਵਿੱਚ 50% ਤੋਂ ਵੱਧ ਉਹ ਪੋਪੂਲੇਸ਼ਨ, ਅਰਬਨ ਪੋਪੂਲੇਸ਼ਨ ਸਿਰਫ 5 ਸ਼ਹਿਰਾਂ ਦੇ ਵਿੱਚ ਰਹਿੰਦੀ ਹੈ। ਉਹ ਕਿਹੜੇ 5 ਸ਼ਹਿਰ ਨੇ?
ਰੈਂਕ ਵਾਈਜ਼ ਦੱਸ ਦੇਣਾ ਤੁਹਾਨੂੰ। ਦੇਖੋ ਇਹ ਤਾਂ ਅਸੀਂ ਜਾਣਦੇ ਹਾਂ ਪੋਪੂਲੇਸ਼ਨ ਵਾਈਜ਼ ਤਾਂ ਲੁਧਿਆਣਾ ਲੀਡ ਕਰਦਾ, ਠੀਕ ਹੈ। ਲੁਧਿਆਣਾ ਦੇ ਬਾਅਦ ਨੰਬਰ ਪੈਂਦਾ ਹੈ ਅੰਮ੍ਰਿਤਸਰ ਦਾ, ਫਿਰ ਹੈਗਾ ਜਲੰਧਰ, ठीक है। लुधियाना, अमृतसर, जलंधर, गुरदासपुर फिफ्थ है। एक सेकेंड, फोर्थ है पटियाला ते फिर गुरदासपुर है, फिफ्थ है गुरदासपुर। लुधियाना, अमृतसर, जलंधर, पटियाला, गुरदासपुर रैंक वाइज है। ते 5 डिस्ट्रिक्ट्स दे विच 5 सिटीज़ दे विच 50% तो वध अर्बन पॉपुलेशन तुहाडी रहिंदी है, ठीक है। यानी कि अपना की कह सकते हैं कि ज़्यादातर अपनी जिहड़ी अर्बन पॉपुलेशन हैगी है वो इन 5 डिस्ट्रिक्ट्स दे विच ही कॉन्सनट्रेटेड हैगी है, ठीक है। मोर देन हाफ ऑफ पंजाब अर्बन पॉपुलेशन इज कॉन्सनट्रेटेड इन 5 डिस्ट्रिक्ट्स। बिल्कुल सही है। तो इस क्वेश्चन का आंसर अपना है सी। क्वेश्चन नंबर 9, कंसिडर द फॉलोइंग स्टेटमेंट्स रिगार्डिंग एसडीजी इंडिया इंडेक्स 2020-21 जेड़ा लेटेस्ट एसडीजी इंडिया इंडेक्स है। तो तुहानू पता होना चाहिए है एसडीजी का मतलब की है, सस्टेनेबल डेवलपमेंट गोल्स। पूरी दुनिया दे विच हर एक कंट्री सस्टेनेबल डेवलपमेंट गोल्स फॉलो कर रही है। इन टोटल 17 गोल्स हैगे हैं सस्टेनेबल डेवलपमेंट गोल्स, ते हर एक देश ने 2030 तक पूरे करने हैं, ठीक है ना। इंडिया दे विच असी चाहते हैं कि ना हर एक स्टेट जिहड़ी हैगी है उस दे विच एक हेल्दी कंपटीशन होवे। इसे करके नीति आयोग ने ना एक इंडेक्स डेवलप करया होया एसडीजी इंडिया इंडेक्स, जिस दे विच हर एक स्टेट नू स्कोर दिता जांदा है ते उसदी रैंकिंग उसनू रैंक कीता जांदा है कि वो ये सस्टेनेबल डेवलपमेंट गोल्स जिहड़ी अचीवमेंट ते मतलब ये जिहड़े सस्टेनेबल डेवलपमेंट गोल्स अचीव करने वाले हैं वो स्टेट किदां परफॉर्म कर रही है, ठीक है। तो एसडीजी इंडिया इंडेक्स है, ये स्टार्ट होया सी 2018-19 दे विच, फिर इहदा सैकेंड एडिशन आया सी 2019-20 दे विच, ते लेटेस्ट है 2020-21, ठीक है जी। चलो पंजाब बारे देखते हैं। पंजाब इज रैंक 12th अमंग द स्टेट्स इन द ओवरऑल रैंकिंग, ओके। पंजाब हैज एलिवेटेड फ्रॉम द कैटेगरी ऑफ परफॉर्मर टू द कैटेगरी ऑफ फ्रंट रनर। Which of the above statements is are correct? देखो ये तो बिल्कुल सही स्टेटमेंट है कि पंजाब दा ओवरऑल रैंक 12th है, बिल्कुल सही है सारी स्टेट्स दे विच। नाउ ये फ्रंट रनर परफॉर्मर की है। देखो ये जेड़ा इंडेक्स है ना इस दे विच हर एक स्टेट नू स्कोर दिता जाता है। स्कोर हुंदा है अपना 0 to 100 दे विच। जिस स्टेट दा स्कोर 0 to 49 तक है उसनू असी कहंदे हैं एस्पिरेंट स्टेट। जिहदा स्कोर 50 to 64 है उसनू असी कहंदे हैं परफॉर्मर स्टेट। ते जिसदा स्कोर 65 to 99 हैगा उसनू असी कहंदे हैं फ्रंट रनर स्टेट। ते जिस स्टेट ने सारे सस्टेनेबल गोल्स अचीव कर लिए, ठीक है, उसका स्कोर बनूगा 100, जिन्हें फुल मार्क्स आ गए जिस दे उसनू असी कहांगे अचीवर स्टेट। अजे तक कोई भी स्टेट अचीवर नहीं बनी है, सारे प्रोसेस दे विच ही हैं, ठीक है ना। 2019-20 दे विच पंजाब दी रैंकिंग सीगी या पंजाब दा स्कोर सीगा 62। उस हिसाब नाल पंजाब परफॉर्मर कैटेगरी दे विच सीगा, बट जिहड़ा लेटेस्ट डेटा आया है उस दे हिसाब नाल पंजाब दा रैंक आ चुकिया है 68। दैट मीन्स हुण पंजाब फ्रंट रनर कैटेगरी दे विच आ गया है, ठीक है। स्कोर वधिया है पंजाब दा बाय 6 पॉइंट्स, ठीक है। इसे करके सेकंड स्टेटमेंट भी सही है। क्लियर बोथ, ठीक है जी। चलो एंड लास्ट सिंपल जा क्वेश्चन है नॉर्मल जीके वाला। विच ऑफ द फॉलोइंग इज द स्टेट एनिमल ऑफ पंजाब? लेपर्ड, ईगल, ब्लैक बक, चितल, ठीक है। चितल एक 12 सिंगा वर्गा डियर हुंदा है। नाउ द आंसर इज ब्लैक बक, ठीक है। ते ब्लैक बक इज जनरली फाउंड इन अबोहर वाइल्ड लाइफ सैंक्चुरी। ये पंजाब दा स्टेट एनिमल है, ठीक है जी। तो इस दे नाल अपने अज दे 10 MCQ खत्म होंदे हैं। थैंक यू सो मच फॉर वॉचिंग गाइज। ते आई होप इट एडेड सम वैल्यू टू योर प्रेपरेशन। तुहाडी प्रेपरेशन दे विच कुछ इजाफा होया है, ठीक है। बाकी जे तुहानू कोई डाउट है थल्ले दिते गए कमेंट सेक्शन नू यूज करो, सानू दसो तुहाडी की प्रॉब्लम है, ते विल बी हैप्पी टू एंटरटेन ऑल योर डाउट्स, ठीक है जी। चंगा फिर मैं तुहाडी इजाजत लैंदा, सत श्री अकाल।